बेटा जी सत श्री अकाल। मैं गगन सिंह लखनाठी ਤੁਹਾਡਾ मैथ का टीचर। ਅੱਜ चैप्टर 8वां ਮੁੱਢਲੀਆਂ ਰੇਖਾ ਗਣਿਤ ਧਾਰਨਾਵਾਂ। ਸਭ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਬੇਨਤੀ ਹੈ, ਜੇਕਰ ਸਵਾਲ ਸਮਝ ਆ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰਨਾ ਤਾਂ ਜੋ ਹੋਰ ਵੀ ਬੱਚੇ ਇਸ ਦਾ ਫਾਇਦਾ ਲੈ ਸਕਣ। ਹੁਣ ਗੱਲ ਕਰਦੇ ਹਾਂ ਚੈਪਟਰ ਦੀ। ਚੈਪਟਰ 8ਵਾਂ ਮੁੱਢਲੀਆਂ ਰੇਖਾ ਗਣਿਤਿਕ ਧਾਰਨਾਵਾਂ, ਬੇਸਿਕ ਜਿਓਮੈਟ੍ਰਿਕ ਕਨਸੈਪਟ। ਤੇ ਅੱਜ ਅਸੀਂ ਪਹਿਲਾਂ ਇਹਦਾ 8.1 ਐਕਸਰਸਾਈਜ਼ ਕਰਾਂਗੇ। ਟੌਪਿਕ ਰਹੇਗਾ ਬਿੰਦੂ, ਰੇਖਾ, ਰੇਖਾਖੰਡ ਅਤੇ ਕਿਰਨ ਬਾਰੇ। ਚੱਲਦੇ ਹਾਂ। ਸਭ ਤੋਂ ਪਹਿਲਾਂ ਭੂਮਿਕਾ ਰੇਖਾ ਗਣਿਤ, ਕਿਉਂਕਿ ਇਹ ਜਿਓਮੈਟਰੀ ਹੈ। ਕੀ ਹੈ? ਜਿਓਮੈਟਰੀ। ਇਹ ਤੁਹਾਡਾ ਸ਼ਾयद जियोमेट्री ਦਾ ਪਹਿਲਾ ਲੈਸਨ ਹੈ ਇਸ ਸਾਲ ਦਾ। ਇਹ ਮੈਥ ਦੀ ਇੱਕ ਸ਼ਾਖਾ ਹੈ ਜੋ ਕਿ ਕਿਸੇ ਵੀ ਪਿਕਚਰ ਇਮੇਜ ਦੇ ਮਾਪ ਨਾਲ ਸੰਬੰਧ ਰੱਖਦੀ ਹੈ। ਜਿਓ ਦਾ ਮਤਲਬ ਮੰਨਿਆ ਜਾਂਦਾ ਧਰਤੀ, ਜਿੱਦਾਂ ਜਿਓਗ੍ਰਾਫੀ ਪੜ੍ਹਦੇ ਹੋ ਤੁਸੀਂ ਧਰਤੀ ਦੀ ਗ੍ਰਾਫੀ, ਉੱਦਾਂ ਜਿਓ ਦਾ ਮਤਲਬ ਹੈ ਧਰਤੀ ਦੇ ਮੈਟਰ ਦਾ ਮਤਲਬ ਹੈ ਮਾਪ। ਇੱਕ ਯੂਨਾਨੀ ਸ਼ਬਦ ਹੈ। ਪੁਰਾਣੇ ਸਮੇਂ ਵਿੱਚ ਰੇਖਾ ਗਣਿਤ ਦਾ ਉਪਯੋਗ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਖੇਤਰਾਂ ਜਿਵੇਂ ਕਲਾ ਵਿੱਚ ਯੂਜ਼ ਹੁੰਦਾ ਸੀ, ਚਿੱਤਰਕਲਾ ਵਿੱਚ ਹੁੰਦਾ ਸੀ, ਮਾਪ ਵਿੱਚ ਹੁੰਦਾ ਸੀ। ਅਸੀਂ ਰੇਖਾ ਗਣਿਤ ਵਿੱਚ ਮੈਥਮੈਟੀਕਲ ਫਿਗਰਸ ਜਾਂ ਗਣਿਤਿਕ ਆਕ੍ਰਿਤੀਆਂ ਦੇ ਨਿਰਮਾਣ ਬਾਰੇ ਸਿੱਖਦੇ ਹਾਂ। ਜਿੱਦਾਂ ਕਿ ਅਸੀਂ ਅੰਕ ਪੜ੍ਹੇ ਸੀ, ਅੰਕ ਗਣਿਤ ਪੜ੍ਹਿਆ ਸੀ, ਫਿਰ ਅਸੀਂ ਬੀਜ ਗਣਿਤ ਪੜ੍ਹਿਆ ਸੀ। ਠੀਕ ਹੈ, ਉਸੇ ਤਰ੍ਹਾਂ ਰੇਖਾ ਗਣਿਤ ਦੇ ਆਪਣੇ ਮੁੱਢਲੇ ਤੱਤ ਜਾਂ ਨੀਂਹ ਪੱਥਰ ਹਨ। ਅਸੀਂ ਇਸ ਭਾਗ ਵਿੱਚ ਕੁਝ ਸਿੱਖਾਂਗੇ। ਜਿਵੇਂ ਸਭ ਤੋਂ ਪਹਿਲਾਂ ਹੈ ਬਿੰਦੂ, ਪੁਆਇੰਟ। ਹੁਣ ਤੁਸੀਂ ਸਿੱਖਣ ਦੀ ਗੱਲ ਸ਼ੁਰੂ ਕਰ ਦਿਓ, ਸਿੱਖਣ ਦੀ ਗੱਲ ਸ਼ੁਰੂ ਕਰ ਦਿਓ, ਕਿਉਂਕਿ ਬਿੰਦੂ ਕਾਗਜ਼ ਦੇ ਉੱਪਰ ਇੱਕ ਤਿੱਖੀ ਜਿਹੀ ਪੈਨਸਲ ਨਾਲ, ਹੁਣ ਮੈਂ ਲਾਉਣ ਲੱਗਿਆ ਲਾਲ ਪੈਨ ਨਾਲ, ਇਹ ਬਣ ਗਿਆ ਬਿੰਦੂ। ਤਿੱਖੀ ਜਿਹੀ ਪੈਨਸਲ ਨਾਲ ਲਗਾਇਆ ਛੋਟਾ ਜਿਹਾ ਨਿਸ਼ਾਨ ਜਾਂ ਇੱਕ ਜ਼ਖਮ ਜਾਂ ਇੱਕ ਸੂਖਮ ਸੂਈ ਜਾਂ ਪਿੰਨ ਨਾਲ ਕਾਗਜ਼ ਉੱਪਰ ਕੀਤਾ ਬਰੀਕ ਛੇਦ, ਬਿੰਦੀ ਆਦਿ ਬਿੰਦੂ ਹਨ। ਬਿੰਦੂ ਦੀਆਂ ਉਦਾਹਰਨਾਂ ਹਨ। ਬਿੰਦੂ ਸਿਰਫ ਇੱਕ ਸਥਾਨ ਨਿਰਧਾਰਿਤ ਹੈ, ਮਤਲਬ ਕਿ ਕੋਈ ਚੀਜ਼ ਤੋਂ ਸ਼ੁਰੂ ਹੁੰਦੀ ਹੈ ਜਾਂ ਅਸੀਂ ਕਿਤੇ ਪੁੱਜਣਾ ਹੁੰਦਾ ਹੈ ਜਾਂ ਕੋਈ ਸਥਾਨ ਦੀ ਨਿਰਧਾਰਿਤ ਕਰਦਾ ਹੈ। ਇਹ ਕਿਸੇ ਵਸਤੂ ਦੀ ਸਟਿਕ ਸਥਿਤੀ ਦਰਸਾਉਂਦਾ ਹੈ। ਬਿੰਦੂ ਦੀ ਕੋਈ ਵੀ ਲੰਬਾਈ, ਚੌੜਾਈ ਜਾਂ ਉਚਾਈ ਨਹੀਂ ਹੁੰਦੀ, ਭਾਵ ਬਿੰਦੂ ਦਾ ਕੋਈ ਮਾਪ ਨਹੀਂ ਹੁੰਦਾ। ਅਤੇ ਬਿੰਦੂ ਨੂੰ ਅਸੀਂ ਵਰਣਮਾਲਾ ਦੇ ਅੰਗਰੇਜ਼ੀ ਵਰਣਮਾਲਾ ਦੇ ਵੱਡੇ ਅੱਖਰ ਜਿਵੇਂ A, B, C ਇਹਨਾਂ ਦਾ ਦਰਸਾਉਂਦੇ ਹਾਂ। ਠੀਕ ਹੈ, ਅਸੀਂ ਹਮੇਸ਼ਾ ਬਿੰਦੂ A, ਪੁਆਇੰਟ 1, ਪੁਆਇੰਟ A, ਪੁਆਇੰਟ B ਪੜ੍ਹਦੇ ਹਾਂ, ਜਿਵੇਂ ਕਿ ਦਰਸਾਇਆ ਗਿਆ ਪੁਆਇੰਟ A, ਪੁਆਇੰਟ B ਜਾਂ ਬਿੰਦੂ A, ਬਿੰਦੂ B। ਹੁਣ ਜਦੋਂ ਅਸੀਂ ਇਹਨਾਂ ਬਿੰਦੂਆਂ ਨੂੰ ਆਪਸ ਵਿੱਚ ਮਿਲਾ ਦਿੰਦੇ ਹਾਂ, ਇਹ ਦੋਵੇਂ ਬਿੰਦੂ ਮੈਂ ਆਪਸ ਵਿੱਚ ਮਿਲਾ ਤੇ ਕੀ ਬਣਿਆ? ਇਹ ਇੱਕ ਰੇਖਾ ਬਣ ਗਈ। ਇਹ ਰੇਖਾ ਬਿੰਦੂਆਂ ਦਾ ਇੱਕ ਸੰਗ੍ਰਹਿ ਹੈ। ਸੰਗ੍ਰਹਿ ਮਤਲਬ ਕਿ ਬਿੰਦੂ ਇਕੱਠੇ ਕੀਤੇ ਗਏ ਨੇ, ਜਿਸ ਨੂੰ ਦੋਵਾਂ ਪਾਸੇ ਜਿੰਨਾ ਮਰਜ਼ੀ ਅਨੰਤ ਰੂਪ ਤੱਕ ਵਧਾਇਆ ਜਾ ਸਕਦਾ ਹੈ। ਇਸ ਦੀ ਸਿਰਫ ਲੰਬਾਈ ਹੁੰਦੀ ਹੈ, ਚੌੜਾਈ ਨਹੀਂ ਹੁੰਦੀ। ਨਾ ਹੀ ਰੇਖਾ ਮੋਟੀ ਹੁੰਦੀ ਹੈ। ਰੇਖਾ ਨੂੰ ਅਸੀਂ ਜਾਂ ਤਾਂ ਛੋਟੀ ਵਰਣਮਾਲਾ ਇਦਾਂ ਕਰਕੇ ਨਾਮ ਦੇ ਸਕਦੇ, ਜਾਂ ਅਸੀਂ ਦੋ ਬਿੰਦੂ ਮੰਨ ਲੈਂਦੇ ਹਾਂ, ਉਹਨਾਂ ਦਾ ਨਾਮ ਦਿੰਦੇ ਹਾਂ। ਧਿਆਨ ਰੱਖਿਆ ਜਾਵੇ, ਰੇਖਾ ਦਾ ਕੋਈ ਅੰਤ ਬਿੰਦੂ ਨਹੀਂ ਹੁੰਦਾ। ਤੀਰ ਦੇ ਨਿਸ਼ਾਨ ਦੱਸਦੇ ਹਨ ਕਿ ਰੇਖਾ ਦੋਵਾਂ ਪਾਸੇ ਅਨੰਤ ਵਧਾਈ ਜਾ ਸਕਦੀ, ਜਿੰਨੀ ਮਰਜ਼ੀ ਵਧਾ ਸਕਦੀ ਹੈ, ਮੇਰੇ ਕੰਪਿਊਟਰ ਦੇ ਬਾਹਰ ਵੀ ਜਾ ਸਕਦੀ ਹੈ। ਠੀਕ ਹੈ, ਇੱਕ ਰੇਖਾ ਉੱਤੇ ਅਣਗਿਣਤ ਬਿੰਦੂ ਹੁੰਦੇ ਹਨ, ਗਿਣਤੀ ਨਹੀਂ ਕਰ ਸਕਦੇ ਅਸੀਂ। ਇਹਨਾਂ ਨੇ ਥੋੜੇ ਜਿਹੇ ਲਿਖੇ ਅਣਗਿਣਤ, ਉਸਦੇ ਹੋਰ ਕਲੋਜ਼ ਹੋ ਸਕਦੇ ਹੈ। ਦੋ ਬਿੰਦੂਆਂ ਵਿੱਚ ਮੰਨ ਲਓ ਇਹ ਬਿੰਦੂ ਦੋ ਨੇ, ਦੋਵਾਂ ਵਿੱਚ ਸਿਰਫ ਇੱਕ ਹੀ ਰੇਖਾ ਖਿੱਚੀ ਜਾ ਸਕਦੀ ਹੈ। ਦੋ ਬਿੰਦੂਆਂ 'ਚ ਦੋ ਰੇਖਾ ਨਹੀਂ ਹੋ ਜਾਂ ਵੱਧ ਨਹੀਂ ਹੋ ਸਕਦੀਆਂ। ਰੇਖਾ ਦੀ ਕੋਈ ਨਿਸ਼ਚਿਤ ਲੰਬਾਈ ਨਹੀਂ ਹੁੰਦੀ। ਕਿਸੇ ਇੱਕ ਬਿੰਦੂ ਵਿੱਚ ਦਿੱਤੇ ਹੋਏ ਵਿੱਚੋਂ ਅਣਗਿਣਤ ਰੇਖਾਵਾਂ, ਦੇਖੋ ਇਧਰੋਂ ਇਹ ਲੰਗੀ, ਇਧਰੋਂ ਇਹ ਲੰਗੀ, ਇਧਰੋਂ ਇਹ ਲੰਗੀ, ਲੰਘੀਆਂ ਸਾਰੀਆਂ ਇੱਥੋਂ ਹੀ ਨੇ। ਕਿਸ ਬਿੰਦੂ ਕੀ ਹੈ? A। ਕਿਸੇ ਇੱਕ ਬਿੰਦੂ ਚੋਂ ਅਣਗਿਣਤ ਰੇਖਾਵਾਂ ਲੰਘੀਆਂ ਖਿੱਚੀਆਂ ਜਾ ਸਕਦੀਆਂ, ਹੋਰ ਤੁਸੀਂ ਜਿੰਨੀਆਂ ਮਰਜ਼ੀ ਖਿੱਚ ਲਵੋ। ਹੁਣ ਆ ਗਿਆ ਰੇਖਾਖੰਡ। ਰੇਖਾਖੰਡ ਹੁੰਦਾ ਰੇਖਾ ਦਾ ਇੱਕ ਟੋਟਾ। ਖੰਡ ਮੀਨ ਟੋਟਾ। ਇੱਕ ਕਾਗਜ਼ ਦੇ ਟੁਕੜੇ ਲਓ, ਚਿੱਤਰ ਵਿੱਚ ਦੱਸੇ ਅਨੁਸਾਰ ਕਾਗਜ਼ ਨੂੰ ਮੋੜ, ਉਹਨੂੰ
ਖੋਲੋ, ਤੁਹਾਨੂੰ ਮੋੜ ਦਾ ਇੱਕ ਨਿਸ਼ਾਨ ਮਿਲਦਾ ਹੈ, ਉਸ ਨੂੰ ਅਸੀਂ ਰੇਖਾਖੰਡ ਕਹਿ ਸਕਦੇ ਹਾਂ। ਰੇਖਾਖੰਡ ਦੇ ਦੋ ਅੰਤ ਬਿੰਦੂ ਨੇ, A ਅਤੇ B। ਰੇਖਾ ਦੇ ਅੰਤ ਬਿੰਦੂ ਨਹੀਂ ਹੁੰਦੇ, ਰੇਖਾਖੰਡ ਦੇ ਅੰਤ ਬਿੰਦੂ ਹੁੰਦੇ ਨੇ। ਠੀਕ, ਹੁਣ ਅੱਗੇ ਦਿੱਤਾ ਹੋਇਆ ਦੋ ਬਿੰਦੂਆਂ P ਅਤੇ Q ਤੇ ਵਿਚਾਰ ਕਰੋ। ਇੱਥੇ ਇਹਨਾਂ ਨੇ ਇੱਕ ਬਿੰਦੂ P ਦਿੱਤਾ, ਇੱਕ Q ਦਿੱਤਾ, ਇਹਨਾਂ ਨੇ ਪੇਪਰ ਫੋਲਡ ਕੀਤਾ ਹੈ, ਫਿਰ ਸਿੱਧਾ ਕੀਤਾ ਹੈ, ਇੱਕ ਰੇਖਾਖੰਡ ਬਣ ਗਿਆ। ਠੀਕ ਹੈ, ਅਨੇਕਾਂ ਸੰਭਵ ਰਸਤੇ ਹਨ, ਹੋਰ ਬੜੇ ਰਸਤੇ ਇੱਥੇ ਜਾਣ ਦੇ। ਅਸੀਂ ਇੱਦਾਂ ਘੁੰਮ ਕੇ ਵੀ ਆ ਸਕਦੇ, ਇੱਦਾਂ ਵੀ ਘੁੰਮ ਕੇ ਆ ਸਕਦੇ, ਇੱਦਾਂ ਵੀ ਘੁੰਮ ਕੇ ਆ ਸਕਦੇ ਹਾਂ। ਠੀਕ ਹੈ, ਪਰ ਜਿਹੜਾ ਸਭ ਤੋਂ ਛੋਟਾ ਰਸਤਾ ਹੈ ਉਹਨੂੰ ਬਿੰਦੂ ਦਾ ਦਿਖਾਇਆ ਗਿਆ ਹੈ। ਠੀਕ ਹੈ, ਜੋ ਕਿ ਇੱਕ ਸਿੱਧੀ ਰੇਖਾ ਹੈ, P ਤੋਂ Q ਵਾਸਤੇ ਬਿਲਕੁਲ ਸਿੱਧਾ ਰਸਤਾ, ਇਸ ਨੂੰ ਅਸੀਂ ਰੇਖਾਖੰਡ ਕਹਿੰਦੇ ਹਾਂ। ਜੋ ਬਿਲਕੁਲ ਸਿੱਧਾ ਹੋਵੇ, ਰੇਖਾਖੰਡ ਹਮੇਸ਼ਾ ਬਿਲਕੁਲ ਸਟ੍ਰੇਟ ਹੁੰਦਾ। ਕਿਉਂਕਿ ਇੱਥੇ ਕੇਵਲ ਇੱਕ ਹੀ ਰੇਖਾ PQ ਲੰਘ ਰਹੀ ਹੈ, ਇਸ ਲਈ ਸਪਸ਼ਟ ਹੈ ਕਿ ਇਕੱਲਾ PQ ਹੀ ਆਪਸ ਵਿੱਚ ਜੁੜਦਾ ਹੈ। ਇੱਕ ਰੇਖਾਖੰਡ ਇੱਕ ਰੇਖਾ ਦਾ ਹਿੱਸਾ ਹੁੰਦਾ ਹੈ ਜੋ ਕਿ ਅੰਤ ਬਿੰਦੂਆਂ ਦੇ ਵਿਚਕਾਰ ਘਿਰਿਆ ਹੁੰਦਾ ਹੈ। ਇੱਥੇ ਅੰਤ ਬਿੰਦੂ ਹੁੰਦੇ ਹੈ, ਜਿਹਦਾ ਇੱਥੇ PQ ਦਿੱਤਾ ਹੋਇਆ। P ਤੋਂ Q ਰੇਖਾਖੰਡ ਨੂੰ PQ ਜਾਂ QP ਰਾਹੀਂ ਦਿਖਾਇਆ ਜਾਂਦਾ ਹੈ, ਉੱਪਰ ਲਾਈਨ ਲਾਈ ਜਾਂਦੀ ਹੈ। ਇੱਕ ਰੇਖਾਖੰਡ ਉੱਪਰ ਅਣਗਿਣਤ ਬਿੰਦੂ ਹੁੰਦੇ ਨੇ। ਹੁਣ ਆ ਗਿਆ ਇੱਕ ਹੋਰ ਚੀਜ਼, ਰੇਖਾ ਸੀਗੀ ਉਹ ਦੋਵਾਂ ਪਾਸੇ ਵੱਧਦੀ ਸੀ। ਜਿਹੜੀ ਕਿਰਨ ਹੈ ਉਹ ਇੱਕ ਸਟਾਰਟਿੰਗ ਪੁਆਇੰਟ ਹੁੰਦਾ, ਇੱਕ ਆਰੰਭ ਬਿੰਦੂ ਹੁੰਦਾ। ਜਿੱਦਾਂ ਇਹ ਕਿਰਨ ਇੱਥੋਂ ਸ਼ੁਰੂ ਹੋਈ ਹੈ, ਇੱਧਰ ਨੂੰ ਤੀਰ ਹੈ, ਇੱਧਰ ਨੂੰ ਅਣਗਿਣਤ ਸਮੇਂ ਤੱਕ ਵਧੀ ਜਾਣੇ ਨੇ। ਇਹ ਸ਼ੁਰੂ ਇੱਥੋਂ ਹੋਈ ਹੈ, ਆਰੰਭ ਬਿੰਦੂ A ਹੈ ਤੇ B ਵੱਲ ਅਨੰਤ ਰੂਪ ਵਿੱਚ ਵਧਾਇਆ ਜਾ ਸਕਦਾ ਹੈ। ਹੁਣ ਇਸ ਦਾ ਉਲਟਾ ਕਰਤਾ ਨੇ, B ਨੂੰ ਆਰੰਭ ਬਿੰਦੂ ਬਣਾਤਾ, A ਨੂੰ ਕਰਤਾ। B ਇੱਕ ਕਿਰਨ ਹੈ ਜਿਸ ਦਾ ਆਰੰਭ ਬਿੰਦੂ B ਹੈ ਤੇ B ਤੋਂ A ਵੱਲ ਅਨੰਤ ਰੂਪ ਵਿੱਚ ਵਧਾਇਆ ਜਾ ਸਕਦਾ। ਕਿਰਨ ਹੋਵੇ ਤਾਂ ਅੱਗੇ ਤੀਰ ਲੱਗਿਆ ਹੁੰਦਾ, ਇਹਦਾ ਮਤਲਬ ਅੱਗੇ ਨੂੰ ਵੱਧ ਸਕਦੀ ਹੈ। ਇੱਕ ਬਿੰਦੂ ਤੋਂ, ਜਿੱਦਾਂ ਇੱਕ ਸੈਂਟਰ ਪੁਆਇੰਟ ਬਣਿਆ P, ਇੱਕ ਬਿੰਦੂ ਤੋਂ ਜਿੰਨੀਆਂ ਮਰਜ਼ੀ ਕਿਰਨਾਂ ਖਿੱਚ ਸਕਦੇ ਹੋ। ਇੱਥੇ Q ਹੈ, Q ਤੋਂ ਵੀ ਤੁਸੀਂ ਕਿੰਨੀਆਂ ਵੀ ਕਿਰਨਾਂ ਖਿੱਚ ਸਕਦੇ ਹੋ। ਹੁਣ ਇਹ ਅੱਗੇ ਪਲੇਨ ਘਰ ਤੁਹਾਡੇ ਟੇਬਲ ਹੋਏਗਾ, ਦੀਵਾਰ ਹੋਏਗੀ, ਥੱਲੇ ਫਰਸ਼ ਹੋਏਗਾ। ਠੀਕ ਹੈ, ਸਕੂਲ ਬਲੈਕ ਬੋਰਡ ਹੋ ਗਿਆ, ਕੈਰਮ ਬੋਰਡ ਦਾ ਕੈਰਮ ਹੋ ਗਿਆ, ਸਾਰੇ ਪੱਧਰੇ ਹੁੰਦੇ ਨੇ। ਇਹਨਾਂ ਨੂੰ ਅਸੀਂ ਵਕਰ ਤਲ ਹੀ ਲੈਂਦੇ ਹਾਂ, ਸਮਤਲ ਇੱਕ ਸਮ ਮੀਨ ਬਰਾਬਰ, ਤਲ ਮੀਨ ਕੋਈ ਪਾਸਾ ਦੇ ਸਮ ਬਰਾਬਰ, ਉਹ ਪਾਸਾ ਜਿਹੜਾ ਬਿਲਕੁਲ ਬਰਾਬਰ ਹੈ, ਫਲੈਟ ਹੈ। ਜਿੱਦਾਂ ਤੁਹਾਨੂੰ ਮੈਂ ਟੇਬਲ ਦਾ ਉੱਪਰਲਾ ਸਿਰਾ ਦੱਸਤਾ, ਥੱਲੇ ਫਰਸ਼ ਦੱਸਤਾ ਜ਼ਮੀਨ ਦਾ, ਹੈ ਨਾ। ਬਲੈਕ ਬੋਰਡ ਹੋ ਗਿਆ, ਇਹ ਸਾਰੀ ਚੀਜ਼ਾਂ ਬਿਲਕੁਲ ਫਲੈਟ ਨੇ। ਇਸ ਕਰਕੇ ਸਮਤਲ ਇੱਕ ਪੱਧਰਾ ਸਿਰਾ ਹੈ ਜੋ ਸਾਰੀਆਂ ਦਿਸ਼ਾਵਾਂ ਵੱਲ ਅਨੰਤ ਰੂਪ ਵਿੱਚ ਫੈਲਿਆ ਹੋਇਆ ਹੈ। ਇਸ ਦੀ ਕੋਈ ਸੀਮਾ ਨਹੀਂ ਹੁੰਦੀ। ਇਸ ਦੀ ਲੰਬਾਈ ਅਤੇ ਚੌੜਾਈ ਹੁੰਦੀ ਹੈ ਪਰ ਉਚਾਈ ਨਹੀਂ ਹੁੰਦੀ। ਟੇਬਲ ਦਾ ਜਿਹੜਾ ਫਲੈਟ ਉੱਪਰ ਦਾ ਸਿਰਾ ਹੈ ਉਹਦੀ ਉਚਾਈ ਨਹੀਂ ਹੁੰਦੀ। ਤਲ ਸਾਰੀਆਂ ਦਿਸ਼ਾਵਾਂ ਵਿੱਚ ਅਨੰਤ ਰੂਪ ਵਿੱਚ ਫੈਲਿਆ ਹੁੰਦਾ ਹੈ। ਇਸ ਨੂੰ ਅਸੀਂ ਕਾਗਜ਼ ਤੇ ਨਹੀਂ ਬਣਾ ਸਕਦੇ, ਤਲ ਦਾ ਕੁਝ ਹੀ ਹਿੱਸਾ ਬਣਾ ਸਕਦੇ ਹਾਂ। ਅਸੀਂ ਟੇਬਲ ਬਣਾਇਆ ਤਾਂ ਤਲ ਦਾ ਕੁਝ ਹੀ ਹਿੱਸਾ ਬਣਾਇਆ ਹੈ। ਤਲ ਨੂੰ ਦੋ ਤਰ੍ਹਾਂ ਦੇ ਨਾਮ ਲਿਖ ਸਕਦੇ ਹਾਂ, ਜਿਵੇਂ ਛੋਟਾ ਅੱਖਰ P ਜਾਂ Q ਲਿਖ ਕੇ ਇਸ ਨੂੰ ਤਲ P ਜਾਂ ਤਲ Q ਲਿਖਿਆ ਜਾਂਦਾ ਹੈ। ਤਿੰਨ ਜਾਂ ਇਸ ਤੋਂ ਵੱਧ ਵੱਡੇ ਅੱਖਰ ਲਿਖ ਕੇ, ਜਿਵੇਂ A B C, ਜੋ ਇੱਕ ਰੇਖਾ ਵਿੱਚ ਨਾ ਹੋਣ। ਹੁਣ ਦੇਖ ਲਓ ਕੀ ਕਿਹਾ, ਇੱਕ ਰੇਖਾ ਵਿੱਚ ਨਾ ਹੋਣ। ਜੇ ਇੱਥੇ ਹੁੰਦੇ ਇੱਕ ਰੇਖਾ 'ਚ ਹੁੰਦੇ ਤਾਂ ਇਹ ਰੇਖਾ ਬਣ ਗਈ ਸੀ, ਹੁਣ ਤਲ ਬਣ ਗਿਆ। ਜਾਂ ਇਸ ਤੋਂ ਵੱਧ ਅੱਖਰ ਵੀ ਹੋ ਸਕਦੇ, ਇਹ ਚਾਰ ਹੋ ਗਏ। ਠੀਕ ਹੈ, ਇੱਕ ਤਲ ਵਿੱਚ ਬਿੰਦੂਆਂ ਤੇ ਰੇਖਾਵਾਂ ਦੀ ਵਿਸ਼ੇਸ਼ਤਾ। ਇੱਕ ਤਲ ਵਿੱਚ ਕੋਈ ਦੋ ਬਿੰਦੂ, ਉਹਨਾਂ ਵਿੱਚੋਂ ਲੰਘਣ ਵਾਲੇ ਸਿਰਫ ਇੱਕ ਹੀ ਰੇਖਾ ਨਾਲ ਜੋੜੇ ਜਾ ਸਕਦੇ। ਜਿੱਦਾਂ ਇਹ ਹੋ ਗਿਆ, ਇੱਕੋ ਹੀ ਰੇਖਾ ਨਾਲ ਜੋੜੇ ਗਏ ਆ। ਇੱਕ ਦੋ ਤਲ ਇੱਕ ਰੇਖਾ ਵਿੱਚ ਕੱਟਦੇ ਹਨ, ਇਸ ਨੂੰ ਕਿਨਾਰਾ ਕਿਹਾ ਜਾਂਦਾ ਹੈ। ਜੇਕਰ ਅਸੀਂ ਇੱਕ ਤਲ ਵਿੱਚ ਦੋ ਰੇਖਾਵਾਂ
ਲਈਏ ਤਾਂ ਦੋ ਸੰਭਾਵਨਾ ਹਨ, ਜਾਂ ਤਾਂ ਉਹ ਤਲ ਵਿੱਚ ਇੱਕ ਦੂਜੇ ਨੂੰ ਕੱਟਦੀਆਂ ਹਨ ਤੇ ਜਾਂ ਫਿਰ ਸਮਾਨਾਂਤਰ ਹੁੰਦੀਆਂ ਹਨ। ਅਸੀਂ ਅੱਗੇ ਗੱਲ ਕਰਾਂਗੇ ਕੱਟਦੀਆਂ ਰੇਖਾਵਾਂ ਕਿਹੜੀਆਂ ਹੁੰਦੀਆਂ ਤੇ ਸਮਾਨਾਂਤਰ ਕਿਹੜੀਆਂ ਹੁੰਦੀਆਂ ਨੇ। ਹੁਣ ਆ ਗਿਆ ਕਾਟਵੀਆਂ ਰੇਖਾਵਾਂ, ਇੰਟਰਸੈਕਟਿੰਗ ਲਾਈਨਸ। ਉਹ ਰੇਖਾਵਾਂ ਜਿੱਦਾਂ ਇਹ ਦੋ ਰੇਖਾਵਾਂ ਨੇ ਇੱਕ ਬਿੰਦੂ ਤੇ ਆਪਸ ਵਿੱਚ ਮਿਲ ਰਹੀਆਂ ਨੇ, ਕੱਟ ਰਹੀਆਂ ਨੇ, ਇਹਨਾਂ ਨੂੰ ਕਾਟਵੀਆਂ ਰੇਖਾਵਾਂ ਕਹਿੰਦੇ ਹਨ। ਉਹ ਬਿੰਦੂ ਕਾਟ ਬਿੰਦੂ ਕਹਿੰਦੇ ਨੇ। ਠੀਕ ਹੈ, ਜਿੱਦਾਂ ਦੋ ਟੇਢੀਆਂ ਰੇਖਾਵਾਂ ਨੇ ਇੱਕ ਪੁਆਇੰਟ ਤੇ ਜਾ ਕੇ ਇੱਕ ਦੂਜੇ ਨੂੰ ਕੱਟਣਗੀਆਂ ਪੱਕਾ, ਇਹ ਕੀ ਹੋ ਗਿਆ, ਕਾਟ ਬਿੰਦੂ ਹੋ ਗਿਆ। ਇਹ ਰੇਖਾਵਾਂ ਕੱਟਦੀਆਂ ਰੇਖਾਵਾਂ ਹੋ ਗਈਆਂ। ਲੰਬ ਰੇਖਾਵਾਂ, ਹੁਣ ਦੇਖੋ ਲੰਬ ਰੇਖਾਵਾਂ ਉਹ ਹੁੰਦੀਆਂ ਨੇ ਜਿਹੜੀਆਂ 90 ਡਿਗਰੀ ਦਾ ਕੋਣ ਬਣਾਉਂਦੀਆਂ ਨੇ। ਹੁਣ ਧਿਆਨ ਦਿਓ, ਜਦੋਂ ਅਸੀਂ ਪਿੱਛੇ ਕੋਣ ਪੜ੍ਹੇ ਸੀ ਅਸੀਂ ਇਦਾਂ ਗੋਲ ਕਰਕੇ ਬਣਾਉਂਦੇ ਸੀ, ਇੱਥੇ ਕੀ ਹੈ, ਇੱਥੇ ਇਦਾਂ ਹੈ। ਇਹ 90 ਡਿਗਰੀ ਦੀ ਨਿਸ਼ਾਨੀ ਹੁੰਦੀ ਹੈ। ਜੇਕਰ ਦੋ ਰੇਖਾਵਾਂ ਆਪਸ ਵਿੱਚ 90 ਡਿਗਰੀ ਦਾ ਕੋਣ ਬਣਾਉਂਦੀਆਂ ਨੇ ਤਾਂ ਫਿਰ ਉਹ ਸਮਕੋਣ ਹੁੰਦਾ ਹੈ, ਉਸ ਨੂੰ ਅਸੀਂ ਲੰਬ ਰੇਖਾਵਾਂ ਬੋਲਦੇ ਹਾਂ। ਔਰ ਲੰਬ ਨੂੰ ਇਸ ਚਿੰਨ੍ਹ ਦੇ ਨਾਲ ਕੀਤਾ ਜਾਂਦਾ, ਲਾਈਨ ਤੇ ਇਦਾਂ ਖਿੱਚਿਆ ਜਾਂਦਾ ਲੰਬ, ਇਹ ਬਸ ਇਹ ਜਿੱਦਾਂ ਇੱਥੇ AOB ਦੇਖੋ, ਰੇਖਾਵਾਂ AOB ਅਤੇ COD ਇਹ ਰੇਖਾਵਾਂ ਇੱਕ ਦੂਜੇ ਤੇ ਲੰਬ ਹਨ, ਕਿਉਂਕਿ ਕੋਣ COB ਇਹ ਜਿਹੜਾ ਕੋਣ ਬਣ ਰਿਹਾ ਇਹ 90 ਡਿਗਰੀ ਬਣ ਰਿਹਾ। ਇਸ ਨੂੰ ਅਸੀਂ ਕਿੱਦਾਂ ਲਿਖਾਂਗੇ, COD ਲੰਬ ਹੈ AOB ਦੇ। ਹੁਣ ਅਗਲਾ PQ ਲੰਬ ਹੈ QR ਤੇ, ਕਿਉਂਕਿ QR ਤੇ 90 ਡਿਗਰੀ ਦਾ ਕੋਣ ਹੈ। ਤਾਂ ਕੀ ਲਿਖਾਂਗੇ ਇਹਨੂੰ, PQ ਲੰਬ ਹੈ QR ਤੇ। ਉਸੇ ਤਰ੍ਹਾਂ AB ਲੰਬ ਹੈ C ਤੇ, ਜਾਂ BC ਲੰਬ ਹੈ AB ਤੇ, 90 ਡਿਗਰੀ ਦਾ ਕੋਣ ਬਣਦਾ ਪਿਆ। ਹੁਣ ਆ ਗਈਆਂ ਸਮਾਨਾਂਤਰ ਰੇਖਾਵਾਂ। ਸਮਾਨਾਂਤਰ ਰੇਖਾਵਾਂ ਉਹ ਹੁੰਦੀਆਂ ਨੇ ਜਿਨ੍ਹਾਂ ਦੀ ਹਰ ਥਾਂ ਤੇ ਚੌੜਾਈ ਬਰਾਬਰ ਹੁੰਦੀ ਹੈ, ਦੋਵਾਂ ਦੀ ਆਪਸ ਵਿੱਚ ਦੂਰੀ ਬਰਾਬਰ ਹੁੰਦੀ ਹੈ। ਇਹ ਦੂਰੀ ਹਮੇਸ਼ਾ ਬਰਾਬਰ ਹੋਏਗੀ। ਜਿੱਦਾਂ ਰੇਲ ਦੀ ਪਟਰੀ ਉਹ ਕਦੇ ਨਹੀਂ ਮਿਲਦੀ, ਉਹਨਾਂ ਦੀ ਦੂਰੀ ਹਮੇਸ਼ਾ ਬਰਾਬਰ ਰਹਿੰਦੀ ਹੈ। ਜੇ ਤੁਹਾਡੇ ਕੋਲ ਫੁੱਟਾ ਹੈ ਸਕੇਲ, ਤੁਸੀਂ ਉਹਨੂੰ ਦੇਖੋਗੇ ਦੋਨੋਂ ਪਾਸੇ ਬਿਲਕੁਲ ਸਿੱਧੇ ਹੁੰਦੇ ਨੇ, ਕੋਈ ਆਪਸ ਵਿੱਚ ਕਦੇ ਨਹੀਂ ਮਿਲਦੇ। ਬਲੈਕ ਬੋਰਡ ਦੇ ਆਮਣੇ ਸਾਹਮਣੇ ਵਾਲੇ ਕਿਨਾਰੇ ਇਹ ਬਿਲਕੁਲ ਸਿੱਧੇ ਹੁੰਦੇ ਨੇ। ਅੱਗੇ ਸੰਗਾਮੀ ਰੇਖਾਵਾਂ, ਜਦੋਂ ਇੱਕ ਸਮਤਲ ਵਿੱਚ ਤਿੰਨ ਜਾਂ ਤਿੰਨ ਤੋਂ ਵੱਧ ਰੇਖਾਵਾਂ ਇੱਕ ਬਿੰਦੂ ਵਿੱਚ ਲੰਘਦੀਆਂ ਨੇ, ਉਹਨਾਂ ਨੂੰ ਸੰਗਾਮੀ ਰੇਖਾਵਾਂ ਕਹਿੰਦੇ ਨੇ। ਇਹ ਆ ਗਈਆਂ ਸੰਗਾਮੀ ਰੇਖਾਵਾਂ, PMNL ਇਸ ਬਿੰਦੂ ਤੇ ਆਪਸ ਵਿੱਚ ਕੱਟ ਰਹੀਆਂ ਨੇ। ਤਿੰਨ ਜਾਂ ਤਿੰਨ ਤੋਂ ਵੱਧ, ਦੋ ਨਹੀਂ, ਦੋ ਹੋਣਗੀਆਂ ਤਾਂ ਕੀ ਹੋ ਗਈਆਂ, ਕਾਟਵੀਂ ਰੇਖਾਵਾਂ। ਇਹ ਦੇਖੋ ਇਹ ਦੋ ਸੀਗੀਆਂ, ਇਹ ਕਾਟਵੀਆਂ ਸੀਗੀਆਂ। ਜਦੋਂ ਦੋ ਤੋਂ ਜ਼ਿਆਦਾ ਹੋ ਗਈਆਂ ਤਾਂ ਸੰਗਾਮੀ ਹੋ ਗਈਆਂ। ਹੁਣ ਆ ਗਿਆ ਸਮਰੇਖੀ ਬਿੰਦੂ, ਕੋਲੀਨੀਅਰ ਪੁਆਇੰਟਸ। ਸਮਰੇਖੀ ਬਿੰਦੂ ਉਹ ਹੁੰਦੇ ਜਿਹੜੇ ਇੱਕ ਲਾਈਨ ਦੇ ਉੱਤੇ ਤਿੰਨ ਜਾਂ ਤਿੰਨ ਤੋਂ ਵੱਧ ਬਿੰਦੂ ਹੁੰਦੇ। ਠੀਕ ਹੈ, ਜੇ ਤਿੰਨ ਤੋਂ ਘੱਟ ਹੋਣ ਤਾਂ ਉਹ ਅਸਮਰੇਖੀ ਹੁੰਦੇ। ਠੀਕ ਹੈ, ਹੁਣ ਅਸੀਂ ਕੁਝ ਉਦਾਹਰਨ ਕਰਨੇ ਆ। ਇਸ ਚੈਪਟਰ ਵਿੱਚ ਸਿਰਫ ਸਮਝਣ ਦਾ ਹੀ ਹੈ, ਕਰਨ ਦਾ ਕੋਈ ਸਵਾਲ ਹੈ ਨਹੀਂ। ਕੁਝ ਤੁਹਾਨੂੰ ਯਾਦ ਕਰਨਾ ਪੈਣਾ ਤੇ ਸਮਝਣਾ ਪੈਣਾ। ਹੁਣ ਦੇਖੋ ਪਹਿਲੀ ਉਦਾਹਰਨ ਦਿੱਤੀ ਹੋਈ ਆਕ੍ਰਿਤੀ ਵਿੱਚ ਨਾਮ ਲਿਖੋ ਕੋਈ ਚਾਰ ਕਿਰਨਾਂ। ਕਿਰਨਾਂ ਕੀ ਹੁੰਦੀਆਂ ਨੇ, ਜਿਨ੍ਹਾਂ ਦੇ ਇੱਕ ਕੋਣੇ ਤੇ ਇਦਾਂ ਤੀਰ ਲੱਗਿਆ ਹੁੰਦਾ ਬਾਹਰ ਨੂੰ, ਉਹਨਾਂ ਦਾ ਇੱਕ ਸਟਾਰਟਿੰਗ ਪੁਆਇੰਟ ਹੁੰਦਾ। ਸਟਾਰਟਿੰਗ ਪੁਆਇੰਟ ਇਦਾਂ ਕਰਕੇ ਗੋਲ ਹੋਣਾ ਹੈ ਹਮੇਸ਼ਾ। ਠੀਕ ਹੈ, ਇੱਕ ਬਿੰਦੂ ਹੋਣਾ। ਪਹਿਲੀ ਕਿਰਨ ਕਿਹੜੀ ਆ ਗਈ, ਇੱਥੋਂ ਲੈ ਲਓ। ਕਿੰਨੀ ਲਿਖਣਾ, ਚਾਰ ਲਿਖਣੇ। ਅਸੀਂ ਇੱਥੇ ਨਹੀਂ ਦੇਖ ਰਹੇ, ਅਸੀਂ ਆਪਣਾ ਦੇਖ ਰਹੇ। ਪਹਿਲੀ ਕਿਹੜੀ ਹੈਗੀ, OB, ਉੱਪਰ ਨਿਸ਼ਾਨ ਲਾ ਦਿਓ, ਕੋਮਾ, OC, OA, ਫਿਰ OG। ਲੱਗ ਰਿਹਾ ਨਾ ਪਤਾ। ਦੇਖੋ ਕੋਈ ਚਾਰ ਰੇਖਾਖੰਡ ਦੋ ਬਿੰਦੂਆਂ ਦੇ ਵਿਚਕਾਰ ਹੋਣੇ ਆ। ਠੀਕ ਹੈ, ਹੁਣ
ये अगे तक किरणा सी, किरणा वध रही सी। हुण असीं सिर्फ इन्ना ही लेना है। ये लिया, इत्थों इत्थे लिया, रेखाखंड इत्थों लैके इत्थे तक ही आया, किरण अगे तक जा रही थी। रेखाखंड पहला की आ गया, ओ ए, असीं ए ले लिया इत्थों इत्थे तक, एक निशान ला लिया। ओ बी आ गया, ओ सी आ गया, ओ बी दे उत्ते निशान गलत लाता सी मैं, ठीक है। ते पिछले वाले सही नहीं लिया सी, ओ क्यू पी ले लिया सी, ठीक। बड़े सारे बनते पे आ, ਅਸੀਂ ਚਾਰ ਵੈਸੇ ਸਮਰੇਖੀ ਬਿੰਦੂਆਂ ਦਾ ਸਮੂਹ ਜਿਹੜੇ ਇੱਕ ਹੀ ਰੇਖਾ ਤੇ ਹੋਣਗੇ ਉਹ ਕੀ ਹੈ, ए ओ बी पहला, ठीक है। तो ओ क्यू पी दो ही बिंदु बनते हैं। ये होगी पहली उदाहरण। हुण दूजी उदाहरण विच समान आकृति विच नाम लिखो। पहला है समानांतर, ये देखो ये लाइना है ना बिल्कुल सीधी आपस च आ गया। पहला की आ गया समानांतर रेखावां एन अते पी। दूजा क्वेश्चन कि काटवीआं रेखावां दे जोड़े। काटवीआं रेखावां सिर्फ एक आ गई एल एम, इत्थे कट रही एल ते एम। दूजा एल ते, हुण देखो एल ते पी इत्थे कट रही। अच्छा एल ते एन इत्थे कट रही। हुण एम ते पी, थोड़ा साफ साफ लिखदा थल्ले करदा इस क्वेश्चन में दोबारा। दूजा दूजा काटवीआं रेखावां, पहली काटवीं रेखा केड़ी होगी, एल तो लगी इत्थे आ गई, जोड़ा एक इत्थों आ गया एल एम आ गया, ठीक है। अच्छा इच की आ गया दूजा एल पी इत्थे कट रही है। तीजा एल एन, चौथा एम पी, पंजवा एम एन, ठीक है। सारे पॉइंट कट कवर हो गए। हुण आ गया रेखावां जिन्हां दा काट बिंदु क्यू है। हुण देखो काट बिंदु किहड़ा है, क्यू। किहड़ी किहड़ी रेखा आ रही है, इधरों एम आ रही है, इधरों एन आ रही है। इहदा उत्तर आ गया तीजी दा एन अते एम दा काट बिंदु क्यू है। अगला क्वेश्चन है रेखावां जिन्हां दा काट बिंदु ए है। काट बिंदु ए वालियां रेखावां किहड़ी किहड़ी ने, एल अते एम मिलदियां आ गए इत्थे, एल अते एम है। समरेखी बिंदुओं का समूह, समरेखी बिंदु क्यों दे समरेखी बिंदु याद करो, क्योंकि बार बार याद दोना पैना तुहानू। पिछे देखो असीं कित्थे पढ़े समरेखी बिंदु, ये देखो एक तल विच तीन जां वध बिंदुओं नूं समरेखी बिंदु कहा जाता है जेकर वह एक ही रेखा ते स्थित होण। हुण देखो समरेखी बिंदु पहले किहड़े आ गए,
1 2 3 पंजवां की आ गया समरेखी बिंदु ए पी ते आर आते ए क्यू एस आंसर। ਇਹ ਸਿਰਫ ਤੈਨੂੰ ਸਿਖਾਉਣ ਵਾਸਤੇ ਐਕਸਰਸਾਈਜ਼ ਹੈ, ਉਸ ਤੋਂ ਬਾਅਦ ਕੁਝ ਵੀ ਨਹੀਂ ਐਕਸਰਸਾਈਜ਼ ਦਾ। ਅਗਲੇ ਆ ਗਿਆ ਹੇਠਾਂ ਲਿਖੀਆਂ ਦੀਆਂ ਉਦਾਹਰਨਾਂ ਦਿਓ। ਪਹਿਲਾ ਆ ਗਿਆ ਇੱਕ ਬਿੰਦੂ। ਕੀ ਹੋ ਗਿਆ ਇੱਕ ਬਿੰਦੂ? ਉਦਾਹਰਨਾਂ ਦੇਣੀਆਂ ਸੀ। ਪਹਿਲੀ ਉਦਾਹਰਨ ਦਿੱਤੀ ਪੈਨਸਲ ਦੀ ਨੋਕ, ਦੂਜੀ ਉਦਾਹਰਨ ਦੇਤੀ ਪੈਨ ਦੀ ਨਿਬ, ਤੀਜੀ ਸੂਈ ਦਾ ਨੱਕਾ। ਬਹੁਤ ਨੇ ਤਿੰਨ। ਅਗਲਾ ਕੁਛ ਇੱਕ ਰੇਖਾਖੰਡ ਕੀ ਹੋ ਸਕਦਾ ਰੇਖਾਖੰਡ? शाबाश बोलो। नंबर 1 ਤੁਹਾਡੇ ਕੋਲ ਕੀ ਹੈ? स्केल ਜਾਂ ਪੁੱਟੇ ਦੀ ਇੱਕ ਸਾਈਡ, सन्मुख सिरा, ठीक है। दूजा ट्यूबलाइट, घर ट्यूबलाइटा होंदियां, तीजा और कोई कागज का कोना, कागज का कोना, ठीक है। तीजा क्या समानांतर रेखावां, की हो सकता? रेल दी पटड़ी, शाबाश। स्केल दे सन्मुख कोणे, हाँ शाबाश। स्केल दे सन्मुख कोणे सिरे होंदे। और कुछ? हाँ खिड़कियां दे सरिये। डी आ गया काटवियां रेखावां, शाबाश। केड़ी है काटवी रेखा? नंबर 1 अंग्रेजी पढ़ी तुसी? अंग्रेजी दा एक्स, दूजा शाबाश। कमरे दे कोने, पुस्तक दे कोने एक दूजे ने कटते हैं, ठीक है। संगामी रेखावां, नंबर 1 फर्श दे मेज दे तल ते कोने आदि, ठीक है। ये आ गया उदाहरण। एक एक उदाहरण देनी है, तुम जिन्नियां मर्जी लिख सकते हो। हुण आगे आगे दित्तियां हुई रेखाखंडां दे नाम दिओ। देखो पहला रेखाखंड बन गया इत्थों लैके इत्थे तक एक, ठीक है। दूजा बन गया इत्थों लैके इत्थे तक, तीजा बन गया इत्थों लैके इत्थे तक, ठीक। फिर दूजा बन गया इत्थों लैके इत्थे तक, तीजा बन गया इत्थों लैके इत्थे तक,
चौथा बन गया इत्थों लैके इत्थे तक। की आ गया पहला, की आ गया ए बी, आ गया ए सी, शाबाश ए डी, बी सी, बी डी अते सी डी। ठीक, एक बिंदु चो किन्नियां रेखावां लंघ सकदियां, इसका उत्तर है अणगिणत। अगला क्वेश्चन, एक रेखा ते किन्ने बिंदु हो सकते हैं, इसका उत्तर भी अणगिणत ही है। हुण आ गया अगला क्वेश्चन, एक दो बिंदुआं ते किन्नियां रेखावां लंघ सकदियां हन, सिर्फ एक। हुण आ गया अगला क्वेश्चन समझने वाला, आकृति का प्रयोग करके नाम दसो 5 बिंदु। किहड़े किहड़े आ गए 5 बिंदु, ए बी सी डी ओ ई, ठीक है 6 हो गए, कोई गल नहीं। दूजा क्वेश्चन की है, एक रेखा देखो, एक रेखा ई तो लैके बी तक, बी तो ई तक रेखावां बथेरियां ने, तो तुसी एक रेखा लै सकदे कोई भी। असी ये लिख ली काहदे वास्ते, ये दोनों पासे बध रही है, असी बधन का निशान लाते दोनों पासे। तीजा आ गया 4 किरणा। हुण देखो इत्थे क्वेश्चन ते ध्यान दिओ, किरणा की होंदियां ने, किरणा का कोई स्टार्टिंग पॉइंट होंदा है ओ, बिंदु होंदा कोई ओ, वो अगे नूं बधदियां तीर लगे होंदा, इत्थों ओ तो ए हो गई, ओ तो बी होगी, सी होगी, ई होगी, क्या आ गया ओ ए कोमा ओ बी कोमा ओ सी कोमा ओ ई। ठीक, 5 रेखाखंड, 5 रेखाखंड केड़े केड़े, दो बिंदुओं के विच जो रेखाखंड, एक हो गया, दूजा हो गया, तीजा हो गया, चौथा हो गया और पंजवां ये हो गया। ई डी, ठीक है, डी ओ ओ ए ओ बी ओ सी, ये सब कुछ इस रेखाखंड में ही, इस चित्र में ही है। ठीक है, 5 बिंदु, एक रेखा, 4 किरणा दे 5 रेखाखंड। हुण अगला क्वेश्चन है, दिती हुई किरण दे हर संभव नाम लिखो। कितना होएगा, मैं पिछले क्वेश्चन किया सी, पहला नाम लिख लिया तुसीं इदां, इत्थों लैके इत्थे तक दा। ठीक है, दूजा नाम लिख लिया तुसीं इत्थे तक, तीजा नाम लिख लिया, इस तिना ही बनते हैं। पहला आ गया पी क्यू, दूजा पी आर, तीजा क्यू आर। ठीक है, किरण है, किरण का निशान ला दो उपर। हुण अगला क्वेश्चन है, आकृति दे प्रयोग करके नाम लिखो। पहला है समानांतर रेखावां का जोड़ा। समानांतर रेखावां किहड़ियां किहड़ियां इत्थे, ये देखो एल एम, एल एम। दूजा काटमिया रेखावां दे सारे जोड़े। हुण देखो काटमिया रेखावां किहड़ी, पहली काटमिया रेखा इत्थे जुड़दी है, किहड़ी है पी ते एन, सारे लिखने असी। दूजा देखो पहला असी एन नूं लैने, क्यू भी कट रही है ना इत्थे, किहड़ी रेखा किहड़ी है एल, एन ते एल, रेखा एन ही चल रही है, एस बिंदु से कट रही है रेखा किहड़ी है एम, एन ते एम। ठीक है,
ਹੁਣ ਇੱਥੇ ਵੀ ਕੱਟ ਰਹੀ ਹੈ ਤੇ ਕਿਹੜੀ ਹੈ ਪੀ ਐਲ पी एम, ये हो गए काटवीਆਂ रेखावां ਦੇ ਸਾਰੇ ਜੋੜੇ। ਉਹ ਰੇਖਾਵਾਂ ਜਿਨ੍ਹਾਂ ਦਾ ਕਾਟ ਬਿੰਦੂ S ਹੈ। ਹੁਣ ਅਸੀਂ ਸਾਫ਼ ਕਰ ਲੈਂਦੇ ਹਾਂ, ਸਾਨੂੰ ਕਾਟ ਬਿੰਦੂ ਲੱਭਣਾ ਚਾਹੀਦਾ। ਦੇਖੋ ਹੁਣ S ਕਾਟ ਬਿੰਦੂ ਇਹ ਹੈ ਨਾ, ਕਿਹੜੀ ਰੇਖਾ ਹੈ ਇਹ N ਤੇ M। चौथा समरेखी बिंदु, समरेखी बिंदु किहड़े हुंदे ਜਿਹੜੇ ਇੱਕ ਲਾਈਨ ਦੇ ਉੱਤੇ ਦੋ ਤੋਂ ਜ਼ਿਆਦਾ ਹੋਣ ਜਾਂ ਤਿੰਨ ਤੋਂ ਵੱਧ ਹੋਣ। मैं सिंपल समझना दो तो ज्यादा होना। पहला क्या आ गया, ये देखो इससे लाइन से बिंदु है पी क्यू एस कॉमा पी आर टी। ठीक, ये आ गया 8वां क्वेश्चन। हुण है अगला क्वेश्चन, आकृति का प्रयोग करके नाम लिखो समानांतर रेखावां दे सारे जोड़े। हुण देखो पिछले इमेज दो ही समांतर रेखावां सी ते तीन ने जोड़े बध गए। पहला उत्तर क्या आ गया इहदा, ये देखो एक जोड़ा ए हो गया, रेखा की है एन ते पी, एन अते पी। दूजी किहड़ी है पी अते क्यू, पी अते क्यू। हुण इस सेंटर की हटा दिया सी, ये भी जोड़ा बन गया बाहर वालियां दा, एन अते क्यू। ठीक, हुण अगला काटवियां रेखावां दे सारे जोड़े। काटवियां रेखा किहड़ियां होंदियां जिहड़ियां किसी एक बिंदु ते कटदियां दो रेखावां। ये देखो पहली है पहला काटवी बिंदु किहड़ा है गया ए, रेखा किहड़ी आ गई एम ते एन। ठीक है, दूजी इत्थे की आ गई रेखा किहड़ी चल रही है उपरों एम पी। वही रेखा चल रही है इधर, रेखा आ गई एल एम एल, ये बिंदु आ गया। बिंदु याद रखना ताकि गलती ना हो जाए। फिर ये आ गया रेखा केड़ी है क्यू एम। अगे हुण इधर एल ने, ये रेखा होगी ना पूरी एल एफ एल एन, एफ बिंदु ते एल पी इस बिंदु ते। देखो ये असीं एल एन पहला कर लिया, हुण ये बिंदु रह गया क्यू एल। ठीक, हूँ असी अगला क्वेश्चन रेजर मार लिया, साफ कर लेने, क्योंकि अगला क्वेश्चन आ वो रेखावां जिन्हां दा काट बिंदु डी है। काट बिंदु डी किहदा है इत्थे है, किहड़ी किहड़ी रेखा है पी अते एल। चौथा रेखावां एम अते पी दा काट बिंदु। हुण देखो एम ए आ रही है पी ए आ रही, काट बिंदु किहड़ा आ गया ई। पंजवां समरेखी बिंदुओं के सारे समूह। समरेखी बिंदु किहड़े हुंदे याद करो जिहड़े एक लाइन ते दो तो वध होण। आ रहा याद, शाबाश। एक दो तीन चार, एक जोड़ा हो गया है, समूह हो गया। किहड़ा हो गया बिंदुओं का समूह लिखना सी, ये असीं लिखने हैं एफ डी सी, एफ डी सी बी कॉमा जी ई सी ए। ठीक, हुण अगला क्वेश्चन सेम मुद्दा ही है, आकृति का प्रयोग करके दसो रेखा जिस दे ऊपर बिंदु पी है। किस रेखा दे ऊपर बिंदु पी है
L ਦੇ ਉੱਤੇ ਵੀ ਹੈ ਤੇ N ਦੇ ਉੱਤੇ ਵੀ ਹੈ। ਪਹਿਲਾ ਉੱਤਰ ਆ ਗਿਆ L, N। ਪਹਿਲੇ ਅਸੀਂ ਕੋਮਾ ਨਹੀਂ ਲਾਇਆ ਸੀ, ਹੁਣ ਅਸੀਂ ਕੋਮਾ ਲਾ ਰਹੇ ਹਾਂ ਕਿਉਂਕਿ ਦੋ ਰੇਖਾਵਾਂ ਅਲੱਗ-ਅਲੱਗ ਨੇ। ਦੂਜਾ, ਰੇਖਾਵਾਂ ਜਿਨ੍ਹਾਂ ਦਾ ਕਾਟ ਬਿੰਦੂ B ਹੈ, ਇਹ ਬਿੰਦੂ ਕਾਟ ਬਿੰਦੂ B ਆ ਗਿਆ। ਰੇਖਾਵਾਂ ਕਿਹੜੀ ਆ ਗਈ? M ਤੇ L। ਰੇਖਾਵਾਂ M ਅਤੇ L ਦਾ ਕਾਟ ਬਿੰਦੂ देखो कितने कट रही है, ये L आ रही इधर नू, इधर M आ रही, ये कट रही है B। काटवियां रेखावां दे सारे जोड़े। काटवियां रेखावां किहड़ियां होंदियां? वो रेखावां जिहड़ियां आपस विच एक बिंदु ते कटदियां ने, दो बिंदुआं ते नहीं। पर एक दो ही बिंदु होंदे, दो रेखावां होंदियां एक पॉइंट ते कटदियां ने ते निशान ज्यादा नहीं होंदे। ये देखो M ते L एक हो गया, N ते L दूजी हो गई। L M अते M N दो रेखावां हो गई। ਹੁਣ ਆ ਗਿਆ 11ਵਾਂ क्वेश्चन, सही ਜਾਂ गलत। ਇੱਕ ਸਮਤਲ ਵਿੱਚ ਦੋ ਰੇਖਾਵਾਂ ਹਮੇਸ਼ਾ ਇੱਕ ਬਿੰਦੂ ਤੇ ਕੱਟਦੀਆਂ ਹਨ। ਦੋ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹਨ, ਇਹ ਗਲਤ ਹੈ। ਦੂਜੀ ਰੇਖਾ ਆ ਗਈ ਤਾਂ ਹੋਰ ਕੱਟ ਲੇਗੀ ਨਾ ਕਿਸੇ ਦੇ। ਜੇਕਰ ਚਾਰ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹਨ, ਉਹਨਾਂ ਨੂੰ ਸੰਗਾਮੀ ਰੇਖਾਵਾਂ ਕਹਿੰਦੇ ਹਾਂ। संगामी बिंदु हुंदा, रेखावां नहीं हुंदियां। ये देखो संगामी रेखावां सही है, मैं भी कंफ्यूज हो गया सी। सही है। बिंदु दा आकार हुंदा है? नहीं, बिंदु दा कोई आकार नहीं हुंदा। एक दिते हुए बिंदु विचों केवल एक ही रेखा खिंची जा सकती है, नहीं कितनी रेखा खिंच सकते हैं, ये भी फाल्स है। आयत समतल दा एक भाग है, हाँ। ये सी एक्सरसाइज 8.1। जेकर वीडियो नूं तुहानूं समझ आ रहा, क्वेश्चन समझ आ रहे ने, वीडियो चंगा लग रहा तो चैनल नूं सबसक्राइब करना, वीडियो नूं लाइक और शेयर भी करना। अंत तक देखने लई धन्नवाद।